ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਾਨੂੰ ਸਾਰਿਆਂ ਨੂੰ ਹੀ 84 ਲੱਖ ਜੂਨਾਂ ਨੂੰ ਭੋਗਣ ਤੋਂ ਉਪਰੰਤ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ, ਜਿਸ ਨੂੰ ਕਰਮ ਜੂਨੀ ਵੀ ਕਹਿੰਦੇ ਹਨ ਅਤੇ ਭੋਗ ਜੂਨੀ ਵੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ ਕਿ 184 ਹੀ ਭ੍ਰਮਤਿਆ ਦੁਲੱਭ ਜਨਮ ਪਾਇਓਏ, ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ। ਗੁਰੂ ਸਾਹਿਬ ਜੀ ਇਹ ਬਚਨ ਉਚਾਰਨ ਕਰਦੇ ਨੇ ਕਿ 184 ਹੀ ਭ੍ਰਮਤਿਆ, 84 ਲੱਖ ਜੂਨਾਂ ਦੇ ਵਿੱਚ ਭਰਮਦਿਆਂ ਹੋਇਆਂ ਤੈਨੂੰ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੁਲੱਭ ਜਨਮ ਪਾਇਓਏ। ਦੁਲੱਭ ਦਾ ਅਰਥ ਹੈ ਬੜੀ ਮੁਸ਼ਕਲ ਦੇ ਨਾਲ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ, ਜਿਸ ਦੇ ਸੰਬੰਧ ਵਿੱਚ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗ੍ਰਹਿ, ਬਹੁਰ ਨਾ ਲਾਗਹਿ ਡਾਰ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਧ ਸੰਗਤ ਜੀ, ਇਹ ਜਿਹੜਾ ਮਨੁੱਖ ਜਨਮ ਹੈ ਇਹ ਬੜੀ ਮੁਸ਼ਕਲ ਦੇ ਨਾਲ ਮਿਲਿਆ ਹੈ, ਦੁਬਾਰਾ ਨਹੀਂ ਮਿਲਦਾ ਹੈ। ਅਤੇ ਇੱਕ ਪ੍ਰਮਾਣ ਦਿੱਤਾ ਹੈ ਕਿ ਜਿਉ ਬਨ, ਜਿਵੇਂ ਜੰਗਲ ਦੇ ਵਿੱਚ ਫਲ ਪਾਕੇ ਭੋਏ ਗ੍ਰਹਿ, ਜਿਹੜੇ ਦਰਖਤਾਂ ਦੇ ਨਾਲ ਲੱਗੇ ਹੋਏ ਪੱਕੇ ਫਲ ਹਨ, ਇੱਕ ਵਾਰੀ ਟਾਹਣੀ ਨਾਲੋਂ ਟੁੱਟ ਕੇ ਹੇਠਾਂ ਧਰਤੀ ਦੇ ਉੱਤੇ ਡਿੱਗ ਪੈਂਦੇ ਨੇ, ਬਹੁਰ ਨਾ ਲਾਗਹਿ ਡਾਰ, ਫਿਰ ਉਹ ਟਾਹਣੀਆਂ ਦੇ ਨਾਲ ਨਹੀਂ ਦੁਬਾਰਾ ਲੱਗਦੀ। ਮਨੁੱਖਾ ਜਨਮ ਵੀ ਦੁਬਾਰਾ ਨਹੀਂ ਮਿਲਦਾ ਹੈ, ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ। ਗੁਰੂ ਸਾਹਿਬ ਜੀ ਦੇ ਬਾਣੀ ਵਿੱਚ ਬਚਨ ਹਨ ਕਿ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਵਾਹਿਗੁਰੂ ਜੀ, ਤੁਹਾਡੀ ਕਿਰਪਾ ਨਾਲ ਮਨੁੱਖਾ ਦੇਹੀ ਮਿਲੀ ਹੈ। ਜਾਂ ਇਹ ਬਚਨ ਹਨ ਬਾਣੀ ਦੇ ਵਿੱਚ, ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ। ਜਿਹੜਾ ਮਨੁੱਖ ਜਨਮ ਹੈ ਇਹ ਵੱਡੇ ਪੁੰਨਾਂ ਨਾਲ ਮਿਲਿਆ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਫਰਮਾਉਂਦੇ ਹਨ ਕਿ ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੂਲਕ ਪਾਇਓ, ਬਿਰਥਾ ਕਾਹੇ ਗਵਾਵੋ। ਕਿ ਐ ਸਾਧੂਓ, ਐ ਨਾਮ ਜਪਣ ਵਾਲਿਓ, ਸੰਤ ਜਨੋ, ਤੁਸੀਂ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰੋ, ਕਿਉਂਕਿ ਮਾਨਸ ਜਨਮ ਅਮੂਲਕ ਪਾਇਓ। ਇਹ ਜਿਹੜਾ ਮਨੁੱਖਾ ਜਨਮ ਹੈ ਇਹ ਅਮੂਲਕ ਹੈ, ਬੇਸ਼ਕੀਮਤਾ ਹੈ। ਬਿਰਥਾ ਕਾਹੇ ਗਵਾਵੋ, ਇਸ ਨੂੰ ਵਿਅਰਥ ਕਿਉਂ ਗਵਾ ਰਹੇ ਹੋ। ਜਾਂ ਇਹ ਵੀ ਬਚਨ ਹਨ, ਜੋ ਜੋ ਜੂਨੀ ਉਰਝਾਇਓ, ਜੋ ਜੋ ਜੂਨੀ ਆਇਓ, ਤਿਹ ਤਿਹ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਇਹ ਸੰਜੋਗਾਂ ਦੇ ਨਾਲ ਮਿਲਿਆ ਹੈ। ਇਤਿਆਦਿਕ ਸਾਧ ਸੰਗਤ ਜੀ, ਇਹ ਸਾਰੇ ਜਿਹੜੇ ਬਚਨ ਹਨ, ਇਹਨਾਂ ਬਚਨਾਂ ਦੇ ਵਿੱਚ ਮਨੁੱਖਾ ਦੇਹੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਗੁਰੂ ਸਾਹਿਬ ਜੀ ਨੇ ਕਥਨ ਕੀਤੀ ਹੈ ਕਿ ਇਹ ਮਨੁੱਖਾ ਜਨਮ ਜਿਹੜਾ ਹੈ ਵੱਡੇ ਭਾਗਾਂ ਨਾਲ ਮਿਲਿਆ ਹੈ, ਅਮੂਲਕ ਹੈ, ਵੱਡੇ ਪੁੰਨਾਂ ਨਾਲ ਮਿਲਿਆ ਹੈ, ਸੰਜੋਗਾਂ ਨਾਲ ਮਿਲਿਆ ਹੈ, ਸ੍ਰੇਸ਼ਟ ਹੈ। ਇਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ। ਤੋ ਇਸ ਮਨੁੱਖਾ ਜਨਮ ਦੇ ਵਿੱਚ ਕਰਨਾ ਕੀ ਹੈ?
ਇਸ ਜੀਵਨ ਦਾ ਮਕਸਦ ਕੀ ਹੈ। ਤੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਲੱਖ 84 ਹੀ ਭ੍ਰਮਤਿਆ ਦੁਲੱਭ ਜਨਮ ਪਾਇਓਏ। ਇਹਦੇ ਵਿੱਚ ਕਰਨਾ ਕੀ ਹੈ। ਤਾਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਨਾਨਕ ਨਾਮ ਸਮਾਲ ਤੂੰ, ਕੀ ਹੈ ਇਨਸਾਨ, ਤੂੰ ਇਸ ਮਨੁੱਖਾ ਦੇਹੀ ਦੇ ਵਿੱਚ ਨਾਮ ਨੂੰ ਚੇਤੇ ਕਰ, ਵਾਹਿਗੁਰੂ ਦੀ ਬੰਦਗੀ ਕਰ। ਇਹ ਜਿਹੜੀ ਮਨੁੱਖਾ ਦੇਹੀ ਹੈ ਨਾ, ਇਹ ਕੇਵਲ ਤੇ ਕੇਵਲ ਬੰਦਗੀ ਵਾਸਤੇ ਮਿਲੀ ਹੈ, ਸਿਮਰਨ ਵਾਸਤੇ ਮਿਲੀ ਹੈ। ਕਈ ਲੋਕ ਇਹ ਸਮਝਦੇ ਨੇ ਕਿ ਮਨੁੱਖਾ ਦੇਹੀ ਸ਼ਾਇਦ ਇਸ ਵਾਸਤੇ ਮਿਲੀ ਹੈ, ਖਾਓ ਪੀਓ ਮੌਜ ਕਰੋ, ਐਸ਼ ਕਰੋ। ਅਤੇ ਉਹ ਕਈ ਵਾਰ ਕਹਿੰਦੇ ਹਨ ਰੱਬ ਦੀ ਹੋਂਦ ਤੋਂ ਵੀ ਮੁਨਕਰ ਹੁੰਦੇ ਨੇ। ਉਹ ਕਹਿੰਦੇ ਹਨ ਕਿ ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਏਡੇ ਦੁਨੀਆ ਦੇ ਵਿੱਚ ਖਚਤ ਪਚਤ ਹੁੰਦੇ ਹਨ ਕਿ ਬਾਲਕ ਅਵਸਥਾ ਵੀ ਬਤੀਤ ਹੋ ਜਾਂਦੀ ਹੈ, ਜਵਾਨੀ ਵੀ ਬਤੀਤ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਦਾ ਵੀ ਕੋਈ ਪਤਾ ਨਹੀਂ ਹੁੰਦਾ। ਅਖੀਰ ਚੱਲੇ ਜੁਆਰੀ ਦੋਏ ਹੱਥ ਝਾੜ, ਦੋਵੇਂ ਹੱਥ ਝਾੜ ਕੇ ਵਿਅਰਥ ਜਨਮ ਨੂੰ ਗਵਾ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਇਸ ਤਰ੍ਹਾਂ ਦੇ ਵੀ ਲੋਕ ਹਨ ਜਿਹੜੇ ਸਮਝਦੇ ਹਨ ਕਿ ਐਸ਼ੋ ਇਸ਼ਰਤ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਹੈ। ਦੂਸਰੀ ਕੈਟਾਗਰੀ ਦੇ ਦੂਸਰੇ ਤਰ੍ਹਾਂ ਦੇ ਉਹ ਵੀ ਲੋਕ ਹਨ ਜਿਹੜੇ ਕਹਿੰਦੇ ਹਨ ਕਿ ਵੱਧ ਤੋਂ ਵੱਧ ਵਿੱਦਿਆ ਹਾਸਲ ਕਰੋ, ਵੱਧ ਤੋਂ ਵੱਧ ਦੁਨਿਆਵੀ ਪੜ੍ਹਾਈ ਨੂੰ ਪੜ੍ਹ ਕੇ ਕਿਸੇ ਉੱਚੀ ਪਦਵੀ ਨੂੰ ਹਾਸਲ ਕਰ ਲੈਣਾ, ਬਹੁਤ ਮਿਹਨਤ ਕਰਨੀ ਤੇ ਧਨ ਦੀ ਖੱਟੀ ਕਰਨੀ, ਮਾਇਆ ਦੀ ਕਮਾਈ ਕਰਨੀ, ਪੈਸੇ ਨੂੰ ਜੋੜਨਾ। ਤੇ ਜਦੋਂ ਉਹ ਕਿਸੇ ਉੱਚੀ ਪਦਵੀ ਤੇ ਪਹੁੰਚ ਜਾਂਦੇ ਨੇ, ਫਿਰ ਉਹ ਕਹਿੰਦੇ ਨੇ ਅੱਜ ਮੇਰੇ ਜੀਵਨ ਦਾ ਮਕਸਦ ਸਫਲਾ ਹੋ ਗਿਆ। ਪਰ ਸਾਧ ਸੰਗਤ ਜੀ, ਇਹ ਵੀ ਜੀਵਨ ਦਾ ਮਕਸਦ ਨਹੀਂ ਹੈ। ਕਈ ਇਹ ਸੋਚਦੇ ਨੇ ਜਿਵੇਂ ਅੱਜ ਕੱਲ੍ਹ ਕਿ ਵਿਦੇਸ਼ਾਂ ਦੇ ਵਿੱਚ ਚਲੇ ਜਾਈਏ, ਉੱਥੇ ਜਾ ਕੇ ਪੱਕੇ ਹੋ ਜਾਈਏ, ਇਹੀ ਸਾਡੇ ਜੀਵਨ ਦਾ ਮੰਤਵ ਹੈ। ਜਿਵੇਂ ਪਿੱਛੇ ਦਾਸ ਨੂੰ ਇੱਕ ਬਜ਼ੁਰਗ ਤੇ ਇੱਕ ਮਾਤਾ ਜੀ ਮਿਲੇ। ਉਹ ਵਿਦੇਸ਼ ਦੇ ਵਿੱਚੋਂ ਚੱਲ ਕੇ ਆਏ ਸੀ, ਅਮਰੀਕਾ ਦੇ ਵਿੱਚੋਂ ਚੱਲ ਕੇ ਆਏ ਸੀ, ਤੇ ਉਹਨਾਂ ਦੀ ਕੋਈ 75-80 ਸਾਲ ਦੀ ਉਮਰ ਹੋਵੇਗੀ। ਤੇ ਵਿਦੇਸ਼ੀ ਕਲਚਰ ਦਾ, ਵਿਦੇਸ਼ੀ ਪਹਿਰਾਵੇ ਦਾ ਵੀ ਉਹਨਾਂ ਦੇ ਉੱਤੇ ਪ੍ਰਭਾਵ ਸੀ। ਬਾਪੂ ਜੀ ਨੇ ਕੋਟ ਪੈਂਟ ਪਾਇਆ ਹੋਇਆ ਸੀ, ਦਾੜੀ ਵੀ ਬੱਧੀ ਹੋਈ ਸੀ, ਮੁੱਛਾਂ ਵੀ ਗੁੰਡੀਆਂ ਸੀ, ਤੇ ਮਾਤਾ ਜੀ ਦੇ ਉੱਤੇ ਵੀ ਵਿਦੇਸ਼ੀ ਪਹਿਰਾਵੇ ਦਾ ਪ੍ਰਭਾਵ ਸੀ। ਔਰ ਉਹ ਕਹਿੰਦੇ ਕਿ ਅਸੀਂ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ ਕਿ ਬੜੇ ਲੰਬੇ ਸਮੇਂ ਬਾਅਦ ਹੁਣ ਜਾ ਕੇ ਅਸੀਂ ਉੱਥੇ ਸੈੱਟ ਹੋ ਗਏ ਹਾਂ, ਸਾਨੂੰ ਗ੍ਰੀਨ ਕਾਰਡ ਵੀ ਮਿਲ ਗਿਆ ਹੈ, ਤੇ ਉਮਰ 80 ਸਾਲ ਦੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਪੂ ਜੀ ਹੁਣ ਤੁਸੀਂ ਭਜਨ ਕਰਿਆ ਕਰੋ। ਕਹਿੰਦੇ ਭਜਨ ਵੀ ਹੁਣ ਕਰਾਂਗੇ, 2-4 ਵਿਆਹ ਸ਼ਾਦੀਆਂ ਹੈਗੀਆਂ ਪੋਤਰੀਆਂ ਪੜ ਪੋਤਰੀਆਂ ਦੀਆਂ, ਉਹ ਕੰਮ ਕਰਕੇ ਫਿਰ ਭਜਨ ਕਰਾਂਗੇ। ਤੋ ਸਾਧ ਸੰਗਤ ਜੀ, ਕਹਿਣ ਦਾ ਮਤਲਬ ਇਹ ਹੈ ਵੀ ਕਈਆਂ ਨੇ ਇਹੀ ਜੀਵਨ ਦਾ ਮੰਤਵ ਸਮਝਿਆ, ਪਤਾ ਹੀ ਨਹੀਂ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਜੋ ਘਰ ਛੱਡ ਗਵਾਵਣਾ
ਸੋ ਲੱਗਾ ਮਨ ਮਾਹੀ, ਜਿੱਥੈ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀ। ਜਿਹੜਾ ਘਰ ਛੱਡ ਕੇ ਚਲੇ ਜਾਣਾ ਹੈ, ਇਹ ਮਨ ਦੇ ਵਿੱਚ ਬੈਠਾ ਹੋਇਆ ਹੈ, ਪਰ ਜਿੱਥੇ ਜਾਣਾ ਹੈ ਉਹਦੀ ਤੇ ਕੋਈ ਚਿੰਤਾ ਹੀ ਨਹੀਂ ਹੈਗੀ। ਇਸ ਕਰਕੇ ਸਾਡੇ ਮਨੁੱਖਾ ਜਨਮ ਦਾ ਮੰਤਵ ਕੀ ਹੈ, ਮਕਸਦ ਕੀ ਹੈ, ਇਹ ਸਾਧ ਸੰਗਤ ਦੀ ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ। ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਉਂਦੇ ਹਾਂ ਤੇ ਗੁਰੂ ਕੀ ਬਾਣੀ ਦੇ ਬਚਨ ਸਰਵਣ ਕਰਦੇ ਹਾਂ, ਤੇ ਮਹਾਰਾਜ ਸਾਹਿਬ ਜੀ ਸਾਨੂੰ ਦੱਸਦੇ ਹਨ ਕਿ ਮਨੁੱਖਾ ਦੇਹੀ ਕਿਸ ਵਾਸਤੇ ਮਿਲੀ ਹੈ। ਗੁਰੂ ਸਾਹਿਬ ਜੀ ਇਹ ਬਚਨ ਉਚਾਰਨ ਕਰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨੁੱਖਾ ਜਨਮ ਦਾ ਮੇਨ ਮੰਤਵ ਹੀ ਵਾਹਿਗੁਰੂ ਦੀ ਬੰਦਗੀ ਕਰਨਾ ਹੈ, ਕਿਉਂਕਿ ਮਨੁੱਖਾ ਜਨਮ ਦੇ ਵਿੱਚ ਹੀ ਬੰਦਗੀ ਹੋ ਸਕਦੀ ਹੈ। ਇੱਕ ਘੱਟ 84 ਲੱਖ ਜੂਨਾਂ ਸਿਮਰਨ ਨਹੀਂ ਕਰ ਸਕਦੀਆਂ, ਉਹ ਭੋਗ ਜੂਨੀਆਂ ਹਨ। ਉਹਨਾਂ ਦੇ ਕੋਲ ਏਡੀ ਵਿਕਸਿਤ ਬੁੱਧੀ ਨਹੀਂ ਹੈ, ਤੇ ਇਸ ਕਰਕੇ ਮਨੁੱਖਾ ਜਨਮ ਦਾ ਮੁੱਖ ਮਕਸਦ ਸੇਵਾ ਸਿਮਰਨ ਕਰਕੇ, ਪਰਉਪਕਾਰ ਕਰਕੇ, ਭਗਤ ਬਣ ਕੇ, ਦਾਨੀ ਬਣ ਕੇ, ਸੂਰਮਾ ਬਣ ਕੇ ਤੇ ਵਾਹਿਗੁਰੂ ਦੀ ਬਖਸ਼ਿਸ਼ ਲੈ ਕੇ ਜਨਮ ਮਰਨ ਦੇ ਬੰਧਨਾਂ ਤੋਂ ਨਿਜਾਤ ਹਾਸਲ ਕਰਨਾ ਹੈ। ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਰਚਨਾ ਦੀਵਾਨ ਗੋਇਆ ਗਜ਼ਲਾਂ ਦੇ ਸੰਗ੍ਰਹਿ ਦੇ ਵਿੱਚ ਸਭ ਤੋਂ ਪਹਿਲੀ ਗਜ਼ਲ ਦੇ ਪਹਿਲੇ ਸ਼ੇਰ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਸ਼ ਭਾਈ ਨੰਦ ਲਾਲ ਸਾਹਿਬ ਜੀ ਮਨੁੱਖਾ ਜਨਮ ਦਾ ਪ੍ਰਯੋਜਨ ਦੱਸਦੇ ਹਨ ਕਿ ਮਨੁੱਖਾ ਜਨਮ ਸਾਨੂੰ ਕਿਉਂ ਮਿਲਿਆ ਹੈ। ਤਾਂ ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਹਨ ਕਿ ਹਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾ, ਵਗਰ ਨਹਿ ਜ਼ੋ ਕੇ ਚੁਨੀਨ ਆਮਦਨ ਨਾ ਬੂਦ ਮਰਾ। ਭਾਈ ਸਾਹਿਬ ਜੀ ਫਾਰਸੀ ਵਿੱਚ ਫਰਮਾਉਂਦੇ ਹਨ ਕਿ ਹਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾ, ਵਗਰ ਨਹਿ ਜ਼ੋ ਕੇ ਚੁਨੀਨ ਆਮਦਨ ਨਾ ਬੂਦ ਮਰਾ। ਕਿ ਬੰਦਗੀ ਦੀ ਇੱਛਾ ਹੀ ਮੈਨੂੰ ਮਨੁੱਖਾ ਸਰੀਰ ਦੇ ਵਿੱਚ ਲੈ ਕੇ ਆਈ ਹੈ, ਨਹੀਂ ਤੇ ਮੈਨੂੰ ਇੱਥੇ ਸੰਸਾਰ ਵਿੱਚ ਆਉਣ ਦਾ ਕੋਈ ਸ਼ੌਕ ਨਹੀਂ ਸੀ, ਚਾਹ ਨਹੀਂ ਸੀ ਕਿ ਮੈਂ ਬੰਦਗੀ ਕਰਨ ਵਾਸਤੇ ਹੀ ਆਇਆ ਹਾਂ। ਕਿਉਂਕਿ ਬੰਦਗੀ ਇਸ ਮਨੁੱਖਾ ਸਰੀਰ ਦੇ ਵਿੱਚ ਹੀ ਹੋ ਸਕਦੀ ਹੈ, ਅਤੇ ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਹਨ, ਕਿਉਂਕਿ ਦੇਵਤੇ ਵੀ ਸਿਮਰਨ ਨਹੀਂ ਕਰ ਸਕਦੇ। ਪੁੰਨ ਕਰਮ ਕਰਨ ਤੋਂ ਬਾਅਦ ਉਹਨਾਂ ਨੂੰ ਦੇਵਤਾ ਪਦਵੀ ਮਿਲਦੀ ਹੈ, ਪਰ ਉਹਦੇ ਵਿੱਚ ਉਹ ਸਿਮਰਨ ਨਹੀਂ ਕਰ ਸਕਦੀ। ਤਾਈਓ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਮਹਾਰਾਜ ਫਰਮਾਉਂਦੇ ਹਨ ਇਹ ਮਨੁੱਖਾ ਦੇਹੀ ਪਾਈ ਹੋਈ ਸਫਲੀ ਤਾਂ ਹੈ ਜਿਸ ਦੇ ਵਿੱਚ ਗੁਰੂ ਦੀ ਸੇਵਾ ਕੀਤੀ ਜਾਵੇ ਅਤੇ ਭਗਤੀ ਦੀ ਕਮਾਈ ਕੀਤੀ ਜਾਵੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੂ, ਮਾਨਸ ਜਨਮ ਕਾ ਇਹੀ ਲਾਹੂ ਰਹਾਉ। जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भज ले रे मन सारिंग पानी। अब ना भजस भजस कब भाई, जे हुण भजन नहीं करेगा तो भजन कदों करेगा। जिवें भगत कबीर साहब जी ने कहा है कि भजन उदों करेगा कि जदों चार पाव दोए सिंह गुंग मुख तब कैसे गुण गई है। जदों तेरे चार पैर होए तू पशु बन गया, ते सिंह दोए सिंह सिर ते दो सिंह होए, गुंग मुख तेरे तो बोलिया नहीं जाना, तब कैसे गुण गई है, तदों किवें गुण गायन करेगा।
ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਬਲਦ ਬਣੇਗਾ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ। ਫਾਟੇ ਨਾਕਨ ਟੂਟੇ ਕਾਦਨ, ਕੋਦੋ ਕੋ ਭੁਸ ਖਈ ਹੈ। ਫੇਰ ਭਜਨ ਕਿਵੇਂ ਕਰੇਗਾ? ਤੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ ਫੇਰ ਕਿਵੇਂ ਭਜਨ ਕਰੇਗਾ? ਕਈ ਇਹ ਕਹਿੰਦੇ ਹਨ ਕਿ ਅਜੇ ਥੋੜੇ ਜਿਹੇ ਸੈੱਟ ਹੋ ਜਾਈਏ, ਟਾਲ ਮਟੋਲ ਕਰਦੇ ਨੇ, ਫੇਰ ਗੁਰੂ ਵਾਲੇ ਵੀ ਬਣ ਜਾਵਾਂਗੇ ਤੇ ਭਜਨ ਵੀ ਕਰਾਂਗੇ। ਪਰ ਸਾਧ ਸੰਗਤ ਜੀ, ਅੱਜ ਕੱਲ ਕਰਦਿਆਂ ਕਾਲ ਵਿਆਪੈ, ਪਤਾ ਹੀ ਨਹੀਂ ਲੱਗਣਾ ਕਿ ਸਮਾਂ ਕਦੋਂ ਬਤੀਤ ਹੋ ਜਾਂਦਾ ਹੈ। ਜਿਵੇਂ ਇੱਕ ਮਹਾਪੁਰਸ਼ ਵਾਰਤਾ ਸੁਣਾਇਆ ਕਰਦੇ, ਇੱਕ ਕੋਈ ਰਾਜਾ ਸੀ ਤੇ ਔਰ ਇੱਕ ਮਹਾਪੁਰਸ਼ ਸੀ, ਤੇ ਰਾਜਾ ਤੇ ਰਾਣੀ ਉਹ ਉਹਨਾਂ ਮਹਾਪੁਰਸ਼ਾਂ ਦੇ ਸ਼ਰਧਾਲੂ ਸੀ, ਉਹਨਾਂ ਦੀ ਸੰਗਤ ਵਿੱਚ ਜਾਇਆ ਕਰਦੇ ਸੀ। ਤੇ ਮਹਾਪੁਰਸ਼ ਉਸ ਰਾਜੇ ਤੇ ਰਾਣੀ ਨੂੰ ਕਿਹਾ ਕਰਦੇ ਸੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਤਪੋਂ ਰਾਜ ਮਿਲਿਆ ਹੈ ਤੇ ਰਾਜੋ ਨਰਕ ਹੈ, ਇਸ ਕਰਕੇ ਤੁਸੀਂ ਭਜਨ ਕਰਿਆ ਕਰੋ। ਰਾਜਾ ਜਿਹੜਾ ਸੀ ਉੱਤੋਂ ਉੱਤੋਂ ਕਿਹਾ ਕਰੇ ਸਤ ਬਚਨ ਜੀ ਸਤ ਬਚਨ, ਤੇ ਅੰਦਰੋਂ ਮਨ ਨਾ ਕਰਿਆ ਕਰੇ, ਨਾ ਨੁੱਕਰ ਕਰਿਆ ਕਰੇ, ਟਾਲ ਮਟੋਲ ਕਰਿਆ ਕਰੇ। ਪਰ ਉਹ ਸੰਤਾਂ ਕੋਲ ਜਾਂਦੇ ਸੀ, ਸੰਤ ਪਰਉਪਕਾਰੀ ਹੁੰਦੇ ਐ। ਤੇ ਇੱਕ ਵਾਰੀ ਮਹਾਪੁਰਸ਼ ਕਹਿਣ ਲੱਗੇ, ਆਓ ਸੈਰ ਕਰਨ ਚੱਲੀਏ। ਤੇ ਰਸਤੇ ਦੇ ਵਿੱਚ ਸਾਧ ਸੰਗਤ ਜੀ ਮੱਕੀ ਦਾ ਖੇਤ ਸੀ, ਤੇ ਮਹਾਂਪੁਰਸ਼ ਕਹਿੰਦੇ, ਰਾਜਨ ਇਸ ਖੇਤ ਵਿੱਚੋਂ ਨਾ ਇੱਕ ਛੱਲੀ ਤੋੜ ਕੇ ਲਿਆਓ, ਵਧੀਆ ਜੀ। ਤੇ ਅਸੀਂ ਖੇਤ ਦੇ ਪਰਲੇ ਪਾਸੇ ਜਾ ਕੇ ਖੜਦੇ ਹਾਂ, ਤੁਸੀਂ ਇਸ ਦੇ ਵਿੱਚੋਂ ਕੋਈ ਵਧੀਆ ਛੱਲੀ ਤੋੜ ਕੇ ਲਿਆਓ। ਰਾਜਾ ਤੇ ਰਾਣੀ ਦੋਵੇਂ ਖੇਤ ਵਿੱਚ ਪ੍ਰਵੇਸ਼ ਕਰ ਗਏ। ਰਾਣੀ ਕਹਿੰਦੀ ਆਹ ਛੱਲੀ ਵਧੀਆ, ਰਾਜਾ ਕਹਿੰਦਾ ਆਹ ਛੱਲੀ ਵਧੀਆ। ਦੇਖਦੇ ਦਿਖਾਉਂਦੇ ਸਾਧ ਸੰਗਤ ਜੀ ਉਹ ਖੇਤ ਸਾਰਾ ਟੱਪ ਗਏ। ਅੱਗੇ ਮਹਾਪੁਰਸ਼ ਖੜੇ ਸੀ। ਮਹਾਪੁਰਸ਼ ਕਹਿੰਦੇ ਲਿਆਓ ਭਾਈ ਛੱਲੀ। ਕਹਿੰਦੇ ਮਹਾਰਾਜ ਜੀ ਅਸੀਂ ਤਾਂ ਛੱਲੀਆਂ ਹੀ ਵੇਖਦੇ ਰਹਿ ਗਏ, ਸਾਨੂੰ ਕੋਈ ਵਧੀਆ ਲੱਗੀ ਹੀ ਨਹੀਂ, ਚਲੋ ਅਸੀਂ ਦੁਬਾਰਾ ਲੈ ਆਉਂਦੇ ਹਾਂ। ਮਹਾਪੁਰਸ਼ ਕਹਿੰਦੇ ਵੀ ਛੱਲੀ ਤੋਂ ਕੀ ਕਰਾਉਣਾ, ਅਸੀਂ ਤੇ ਤੁਹਾਨੂੰ ਸਮਝਾਉਣਾ ਸੀ, ਇਸ ਤਰ੍ਹਾਂ ਦੇਖਦਿਆਂ ਦਿਖਾਉਂਦਿਆਂ ਤੁਹਾਡੀ ਸਾਰੀ ਉਮਰ ਬਤੀਤ ਹੋ ਜਾਣੀ ਹੈ। ਤੁਸੀਂ ਰੋਜ਼ ਟਾਲ ਮਟੋਲ ਕਰਦੇ ਹੋ ਤੇ ਭਜਨ ਕਰਿਆ ਕਰੋ, ਨਹੀਂ ਤਾਂ ਤਪੋਂ ਰਾਜ ਰਾਜੋ ਨਰਕ ਹੋਣਾ। ਤੋ ਕਹਿਣ ਦਾ ਭਾਵ ਸਾਧ ਸੰਗਤ ਜੀ ਇੰਨਾ ਹੀ ਹੈ ਕਿ ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਮਨੁੱਖਾ ਜਨਮ ਵਿੱਚ ਬੰਦਗੀ ਨਹੀਂ ਕਰਦਾ ਤਾਂ ਫੇਰ ਇਸ ਦੇ ਵਿੱਚ ਸਾਧ ਸੰਗਤ ਜੀ ਗੰਦਗੀ ਹੀ ਹੈ। ਪੰਜ ਚੀਜ਼ਾਂ ਨੂੰ ਬਾਣੀ ਦੇ ਵਿੱਚ ਦੇਵਤਾ ਕਿਹਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾ ਪਾਇਆ ਘਿਰਤ ਤਾ ਹੁਆ ਪਾਕ ਪਵਿੱਤ। ਅੰਨ ਨੂੰ ਦੇਵਤਾ ਕਿਹਾ ਹੈ, ਪਾਣੀ ਨੂੰ ਦੇਵਤਾ ਕਿਹਾ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਅਗਨੀ ਨੂੰ ਦੇਵਤਾ ਕਿਹਾ ਹੈ। ਬੈਸੰਤਰ ਦੇਵਤਾ ਲੂਣ, ਲੂਣ ਨੂੰ ਵੀ ਦੇਵਤਾ ਕਿਹਾ ਹੈ। ਲੂਣ ਨੂੰ ਸਾਰੇ ਰਸਾਂ ਦਾ ਰਾਜਾ ਕਿਹਾ ਹੈ, ਸਰਬ ਰਸ ਕਿਹਾ ਹੈ, ਕਿਉਂਕਿ ਲੂਣ ਤੋਂ ਬਗੈਰ ਵੀ ਸਾਰੇ ਮਿਰਚ ਮਸਾਲੇ ਪਾਏ ਹੋਵਨ ਪਰ ਸਬਜ਼ੀ ਨਹੀਂ ਬਣਦੀ ਹੈ। ਤੇ ਪੰਜਵਾਂ ਪਾਇਆ ਘਿਰਤ, ਤੇ ਪੰਜਵਾਂ ਘਿਓ ਨੂੰ ਵੀ ਦੇਵਤਾ ਕਿਹਾ ਹੈ। ਤੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਤਾਂ ਹੁਆ ਪਾਕ ਪਵਿੱਤ। ਇਹਨਾਂ ਪੰਜਾਂ ਦੇਵਤਿਆਂ ਦੇ ਨਾਲ ਸਹਿਯੋਗ ਦੇ ਨਾਲ ਰਸੋਈ ਤਿਆਰ ਹੁੰਦੀ ਹੈ, ਭੋਜਨ ਤਿਆਰ ਹੁੰਦਾ ਹੈ। ਪਰ ਸਾਧ ਸੰਗਤ ਜੀ ਜਦੋਂ ਦੇਵਤਿਆਂ ਨੇ ਭੋਜਨ ਤਿਆਰ ਕੀਤਾ ਤੇ ਪਾਪੀ ਸਿਓ ਤਨ ਗੱਡਿਆ, ਜਦੋਂ ਇਹ ਸਰੀਰ ਵਿੱਚ ਪੈਂਦਾ ਹੈ
ਥੁੱਕਾ ਪਈਆ ਤਿੱਤ। ਥੁੱਕਦੇ ਹਾਂ ਕੀ ਬਣਦਾ ਹੈ? ਵਿਸ਼ਟਾ ਬਣਦਾ ਹੈ, ਗੰਦਗੀ ਬਣ ਜਾਂਦੀ ਹੈ। ਜੇ ਇਹਦੇ ਵਿੱਚ ਬੰਦਗੀ ਨਹੀਂ ਤਾਂ ਗੰਦਗੀ ਹੈ। ਨਵੇਂ ਛਿਦਰ ਸਰਬ ਹੈ ਅਪਵਿੱਤਰਾ। ਸਰੀਰ ਦੀਆਂ 9 ਗੋਲਕਾਂ ਦੇ ਵਿੱਚੋਂ ਅੱਖਾਂ ਚੋਂ, ਕੰਨਾਂ ਚੋਂ, ਮੁਖ ਚੋਂ ਗੰਦਗੀ ਹੀ ਨਿਕਲਦੀ ਹੈ। ਸਫਲਾ ਤਾਂ ਹੀ ਹੈ ਮਨੁੱਖਾ ਜਨਮ ਜੇ ਇਹਦੇ ਵਿੱਚ ਬੰਦਗੀ ਕੀਤੀ ਜਾਵੇ। ਇੱਕ ਥਾਂ ਤੇ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ ਕਿ ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ। ਜੇ ਤੈਨੂੰ ਮਨੁੱਖਾ ਜਨਮ ਧਾਰਨ ਕਰਕੇ ਵਾਹਿਗੁਰੂ ਚੇਤੇ ਨਾ ਆਇਆ ਤਾਂ ਤੂੰ ਕੀੜਾ ਵੀ ਚੰਗਾ ਨਹੀਂ ਹੈ। ਵਿਸ਼ਟਾ ਕੇ ਕੀੜੇ, ਗੰਦਗੀ ਦਾ ਕੀੜਾ ਹੈ। ਸਰੀਰ ਦਾ ਕੀ ਮਾਣ ਕਰਨਾ ਹੈ? ਇਹਦਾ ਇਸ ਦੇ ਸੰਬੰਧ ਵਿੱਚ ਕਿਹਾ ਹੈ ਕਿ ਵਿਸ਼ਟਾ ਅਸਤ ਰਕਤ ਪ੍ਰੇਟੇ ਚਾਮ ਇਸ ਉੱਪਰਲੇ ਰਾਖਿਓ ਗੁਮਾਨ। ਇਹਦੇ ਵਿੱਚ ਵਿਸ਼ਟਾ ਹੈ, ਹੱਡੀਆਂ ਹਨ ਤੇ ਉਤੋਂ ਜਿਹੜੀ ਚਮੜੀ ਹੈ ਉਹ ਉਸ ਦਾ ਲੇਪਨ ਕੀਤਾ ਹੋਇਆ ਹੈ ਤੇ ਇਸ ਦੇ ਉੱਤੇ ਕੀ ਹੰਕਾਰ ਕਰਨਾ। ਇੱਕ ਮਹਾਪੁਰਸ਼ਾਂ ਨੇ ਵੀ ਕਥਨ ਕੀਤਾ ਹੈ ਕਿ ਉੱਪਰੋਂ ਚਿੱਟੇ ਪੋਚੇ ਨਾਲ ਪੋਚਿਆ ਮੁਨਾਰਾ ਸੋਹਣਾ, ਅੰਦਰ ਲਹੂ ਪਾਕ ਮਲ ਮੂਤਰ ਭਰ ਗੰਦਾ ਹੈ। ਕਹਿੰਦੇ ਉਤੋਂ ਤਾਂ ਲੇਪਨ ਕੀਤਾ ਹੋਇਆ ਹੈ ਪਰ ਅੰਦਰ ਕੀ ਹੈ? ਲਹੂ ਹੈ, ਪਾਕ ਹੈ, ਮਲ ਮੂਤਰ ਹੈ, ਗੰਦਗੀ ਹੈ। ਫਿਰ ਉਹ ਮਹਾਪੁਰਸ਼ ਕਥਨ ਕਰਦੇ ਨੇ ਕਿ ਬੰਦਾ ਉਹ ਜੇ ਕਰੇ ਬੰਦਗੀ ਤਾਂ ਚੰਗਾ, ਨਹੀਂ ਤਾਂ ਗੰਦਗੀ ਨਾਲੋਂ ਵੀ ਗੰਦਾ ਹੈ। ਬੰਦਾ ਉਹੀ ਹੈ ਜੇ ਮਨੁੱਖ ਸਰੀਰ ਦੇ ਵਿੱਚ ਬੰਦਗੀ ਕਰੇ, ਨਹੀਂ ਤਾਂ ਸਾਧ ਸੰਗਤ ਜੀ ਗੰਦਗੀ ਹੀ ਹੈ। ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਵੀ ਫਰਮਾਉਂਦੇ ਹਨ ਕਿ ਈਨ ਵਜ਼ੂ ਦੇ ਖਾਕ ਪਾਕ ਅਜ਼ ਬੰਦਗੀਸਤ ਗੁਫਤ ਗੁਹਾਏ ਦਿਗਰ ਸ਼ਰਮਿੰਦਗੀਸਤ। ਇਹ ਜਿਹੜਾ ਸਰੀਰ ਹੈ ਪਵਿੱਤਰ ਤਾਂ ਹੀ ਹੋ ਸਕਦਾ ਹੈ ਜੇ ਇਸ ਦੇ ਵਿੱਚ ਬੰਦਗੀ ਕੀਤੀ ਜਾਵੇ, ਨਹੀਂ ਤਾਂ ਗੁਫਤ ਗੁਹਾਏ ਦਿਗਰ ਸ਼ਰਮਿੰਦਗੀਸਤ। ਦੂਜੀ ਗੱਲ ਕਰਨੀ ਹੈ ਤਾਂ ਲੋਕ ਪਰਲੋਕ ਦੇ ਵਿੱਚ ਬੰਦਾ ਸ਼ਰਮਿੰਦਾ ਹੋਵੇਗਾ। ਤੋ ਕਹਿਣ ਦਾ ਭਾਵ ਇਹੀ ਹੈ ਕਿ ਮਨੁੱਖ ਜਨਮ ਦਾ ਜਿਹੜਾ ਮੇਨ ਮਕਸਦ ਹੈ ਨਾ, ਇਹ ਬੰਦਗੀ ਹੈ। 184 ਹੀ ਭ੍ਰਮਤਿਆ ਦੁਲਭ ਜਨਮ ਪਾਇਓ ਏ, ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ। ਮੌਤ ਦਾ ਦਿਨ ਵੀ ਨੇੜੇ ਆ ਰਿਹਾ ਹੈ। ਇੱਕ ਸਾਨੂੰ ਆਪਣਾ ਪਿਛੋਕੜ ਵੀ ਯਾਦ ਰੱਖਣਾ ਚਾਹੀਦਾ ਹੈ। ਅਸੀਂ ਕਿੱਥੋਂ ਚੱਲ ਕੇ ਆਏ ਹਾਂ? 84 ਲੱਖ ਜੂਨਾਂ ਕਿਹੜੀਆਂ ਹਨ? ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਤੇ ਸਾਨੂੰ ਸਮਝਾਇਆ ਹੀ ਹੈ ਕਿ ਕਈ ਜਨਮ ਪਏ ਕੀਟ ਪਤੰਗਾ। ਮਨੁੱਖਾ ਜਨਮ ਐਵੇਂ ਨਹੀਂ ਮਿਲਿਆ, ਕਈ ਜਨਮ ਕੀੜਿਆਂ ਤੇ ਪਤੰਗਿਆਂ ਦੀਆਂ ਜੂਨਾਂ ਦੇ ਵਿੱਚੋਂ ਆਇਆ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਈ ਜਨਮ ਤੂੰ ਪੰਛੀਆਂ ਦੀਆਂ ਜੂਨਾਂ ਦੇ ਵਿੱਚ, ਸੱਪਾਂ ਦੀਆਂ ਜੂਨਾਂ ਦੇ ਵਿੱਚ ਤੇ ਹੈਵਰ ਘੋੜੇ ਆਦਿਕ ਤੇ ਬ੍ਰਿਖ ਜੋਇਓ, ਬਲਦ ਬਣ ਕੇ ਤੈਨੂੰ ਜੋਇਆ ਗਿਆ। ਇਹਨਾਂ ਜੂਨੀਆਂ ਚੋਂ ਨਿਕਲ ਕੇ ਆਇਆ। ਤੇ ਫਿਰ ਮਹਾਰਾਜ ਫਰਮਾਉਂਦੇ ਹਨ ਮਿਲ ਜਗਦੀਸ਼ ਮਿਲਨ ਕੀ ਬਰੀਆ। ਹੁਣ ਵਾਹਿਗੁਰੂ ਨਾਲ ਤਾਂ ਮਿਲ ਜਾ, ਮਿਲਣ ਦੀ ਵਾਰੀ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਲੰਬੇ ਸਮੇਂ ਤੋਂ ਬਾਅਦ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਇਹ ਸਾਡਾ ਸਾਧ ਸੰਗਤ ਜੀ ਪਿਛੋਕੜ ਹੈ। ਤੇ ਜਿਹੜੇ ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ, ਫਿਰ ਉਹ ਸਰੀਰ ਛੱਡ ਕੇ ਕਿੱਥੇ ਜਾਂਦੇ ਆ? ਉਹ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਹੀ ਦੱਸਿਆ ਹੈ ਕਿ ਸੂਕਰ, ਸਵਾਨ, ਗਰਦਬ, ਮੰਜਾਰਾ, ਪਸ਼ੂ, ਮਲੇਛ, ਨੀਚ, ਚੰਡਾਲਾ, ਗੁਰ ਤੇ ਮੂੰਹ ਫੇਰੇ ਤਿੰਨ ਜੋਨ ਭਵਾਈਐ, ਬੰਧਨ ਬੰਧਿਆ ਆਈਐ ਜਾਈਐ। ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ ਤੇ ਗੁਰੂ ਵਾਲੇ ਵੀ ਨਹੀਂ ਬਣਦੇ ਹਨ, ਉਹ ਫਿਰ ਇਹਨਾਂ ਜੋਨੀਆਂ 'ਚ ਜਾਂਦੇ ਹਨ। ਸੂਕਰ, ਸੂਰ,
ਸੂਕਰ, ਸਵਾਨ, ਕੁੱਤੇ, ਗਰਦਬ, ਮੰਜਾਰਾ, ਬਿੱਲੇ, ਇਹ ਸਾਰੀਆਂ ਜੋਨੀਆਂ ਹਨ। ਜਾਂ ਇਹ ਬਚਨ ਹਨ ਕਿ ਗੁਰਮੰਤਰਹੀਣ ਅस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਹੈ, ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਨ ਹੈ, ਤੋਲ ਖਲ ਹੈ। ਤੇ ਹੁਣ ਸਾਡੇ ਕੋਲ ਵੱਧ ਤੋਂ ਵੱਧ ਸਾਧ ਸੰਗਤ ਜੀ ਵਿਚਾਲੇ ਸਮਾਂ ਹੈ। ਪਿਛਲਾ ਸਾਡਾ ਜੀਵਨ 84 ਲੱਖ ਹੈ, ਅੱਗੇ ਵੀ ਹੈ। ਹੁਣ ਵਿਚਾਲੜਾ 100 ਸਾਲ ਦਾ ਸਮਾਂ, 100 ਸਾਲ ਚੋਂ 50 ਸਾਲ ਤਾਂ ਸੌਂ ਕੇ ਬਤੀਤ ਹੋ ਜਾਂਦੇ ਨੇ, 15 ਸਾਲ ਤੱਕ ਉਂਝ ਪਤਾ ਨਹੀਂ ਹੁੰਦਾ। ਫਿਰ ਵਿਆਹ ਸ਼ਾਦੀਆਂ, ਹੋਰ ਸਾਰੀਆਂ ਘਰ ਦੀਆਂ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ, ਫਿਰ ਅੱਗੇ ਬੱਚੇ ਹੋ ਜਾਂਦੇ ਹੈ, ਫਿਰ ਕੰਮਾਂ ਕਾਜਾਂ ਦੇ ਵਿੱਚ ਖਜਤ ਭਜਤ, ਖਾਣ ਪੀਣ ਨੂੰ ਵੀ ਟਾਈਮ ਲੱਗਦਾ ਹੈ, ਤੇ 2 ਟਾਈਮ ਕਿਰਿਆ ਨੂੰ ਵੀ ਟਾਈਮ ਲੱਗਦਾ ਹੈ। ਭਜਨ ਦਾ ਤੇ ਸਾਧ ਸੰਗਤ ਜੀ ਸਮਾਂ ਨਹੀਂ ਰਹਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹੀ ਸਮਝਾਇਆ ਹੈ ਕਿ ਬਾਲ ਜਵਾਨੀ ਅਰ ਬਿਰਧ ਫੂਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਇੱਕ ਸੰਸਕ੍ਰਿਤ ਦੇ ਮਹਾਪੁਰਸ਼ ਇਹ ਤਿੰਨਾਂ ਅਵਸਥਾਵਾਂ ਦਾ ਕਥਨ ਕਰਦੇ ਨੇ ਵੀ ਤਿੰਨੇ ਅਵਸਥਾਵਾਂ ਕਿਵੇਂ ਬਤੀਤ ਹੁੰਦੀਆਂ ਨੇ। ਤਾਂ ਉਹ ਮਹਾਪੁਰਸ਼ ਕਥਨ ਕਰਦੇ ਨੇ ਕਿ ਬਾਲਸ ਤਾਵਤ ਕ੍ਰੀੜਾ ਸਕਤਸ, ਤਰੁਣਸ ਤਾਵਤ ਤਰੁਣੀ ਸਕਤః, ਵ੍ਰਿੱਧਸ ਤਾਵਚ ਚਿੰਤਾ ਸਕਤః, ਪਰਮੇ ਬ੍ਰਹਮਣੀ ਕੋਪੀ ਨ ਸਕਤଃ। ਸਾਡੀਆਂ 3 ਅਵਸਥਾਵਾਂ ਕਿਵੇਂ ਬਤੀਤ ਹੁੰਦੀਆਂ ਨੇ, ਤੇ ਮਹਾਂਪੁਰਸ਼ ਕਹਿੰਦੇ ਨੇ ਬਾਲਕ ਤਾਵਤ ਕ੍ਰੀੜਾ ਸਕਤః, ਜਦੋਂ ਬਾਲਕ ਅਵਸਥਾ ਸੀ ਨਾ ਤਾਂ ਕ੍ਰੀੜਾ ਦੇ ਵਿੱਚ ਬਤੀਤ ਹੋ ਜਾਂਦੀ ਹੈ, ਹਾਸਿਆਂ ਖੇਡਿਆਂ ਦੇ ਵਿੱਚ, ਅਗਿਆਨਤਾ ਦੇ ਵਿੱਚ ਬਤੀਤ ਹੁੰਦੀ ਹੈ। ਤੇ ਦੂਸਰੀ ਅਵਸਥਾ ਹੈ ਤਰੁਣਸ ਤਾਵਤ ਤਰੁਣੀ ਸਕਤః, ਜਵਾਨੀ ਜਿਹੜੀ ਹੈ ਉਹ ਵਿਸ਼ੇ ਵਿਕਾਰਾਂ ਵਿੱਚ ਬਤੀਤ ਹੋ ਜਾਂਦੀ ਹੈ। ਅਤੇ ਵ੍ਰਿੱਧਸ ਤਾਵਤ ਚਿੰਤਾ ਸਕਤଃ, ਜਿਹੜੀ ਬੁਢੇਪਾ ਹੈ ਉਹ ਚਿੰਤਾ ਦੇ ਵਿੱਚ ਤੇ ਪਛਤਾਵੇ ਦੇ ਵਿੱਚ ਉਮਰ ਬਤੀਤ ਹੋ ਜਾਂਦੀ ਹੈ। ਪਰਮੇ ਬ੍ਰਹਮਣੀ ਕੋ ਭੀ ਨਾ ਸਕਤਾ, ਪਰ ਸਾਰੀ ਉਮਰ ਭਜਨ ਨਹੀਂ ਕਰਦਾ ਹੈ। ਪਰ ਐਸਾ ਨਹੀਂ ਹੈ, ਜਿਹੜੇ ਗੁਰਮੁਖ ਹੁੰਦੇ ਆ ਨਾ, ਮਹਾਰਾਜ ਨਾਲ ਜੁੜੇ ਰਹਿੰਦੇ ਆ, ਉਹਨਾਂ ਦੀਆਂ ਤਿੰਨੇ ਅਵਸਥਾਵਾਂ ਸਫਲੀਆਂ ਹੁੰਦੀਆਂ ਨੇ। ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਸ਼ੇਰ ਉਚਾਰਨ ਕੀਤਾ ਹੈ ਕਿ ਮਨ ਅਜ਼ਵਾਂ ਕੇ ਪੀਰ ਸ਼ੁਦਮ ਦਰ ਕਿਨਾਰੀ ਉਮਰ, ਐ ਬਾਤ ਖੁਸ਼ ਗੁਜਸਤ ਮਰਾ ਦਰ ਕਿਨਾਰੀ ਉਮਰ। ਮੈਂ ਕਦੋਂ ਬਾਲਕ ਅਵਸਥਾ ਵਿੱਚ ਆਇਆ, ਕਦੋਂ ਜਵਾਨੀ ਦੇ ਵਿੱਚ ਆਇਆ, ਕਦੋਂ ਬਜ਼ੁਰਗ ਹੋ ਗਿਆ, ਉਮਰ ਦੀ ਬੁੱਕਲ ਵਿੱਚ ਮੈਨੂੰ ਪਤਾ ਨਹੀਂ ਲੱਗਿਆ। ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਹਨ, ਪਰ ਮੇਰੀ ਇਹ ਸਾਰੀ ਉਮਰ ਜਿਹੜੀ ਹੈ ਇਹ ਗੁਰੂ ਦੀ ਸੰਗਤ ਵਿੱਚ ਬਤੀਤ ਹੋਈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਹੀ ਸਿਮਰਨ ਭਜਨ ਕਰਦਿਆਂ ਹੀ ਮੇਰੀ ਅਵਸਥਾ ਬਤੀਤ ਹੋਈ ਹੈ। ਤੋ ਸਾਧ ਸੰਗਤ ਜੀ, ਕਹਿਣ ਦਾ ਭਾਵ ਇੰਨਾ ਹੀ ਹੈ ਕਿ ਮਨੁੱਖਾ ਜਨਮ ਕੇਵਲ ਤੇ ਕੇਵਲ ਬੰਦਗੀ ਵਾਸਤੇ ਮਿਲਿਆ ਹੈ। ਇਹ ਸਾਧ ਸੰਗਤ ਦੇ ਵਿੱਚ ਹੀ ਸਾਨੂੰ ਇਹ ਸਭ ਕੁਝ ਪਤਾ ਲੱਗਦਾ ਹੈ, ਨਹੀਂ ਤਾਂ ਫਿਰ ਅਸੀਂ ਪਸ਼ੂਆਂ ਵਾਂਗ ਹੀ ਜੀਵਨ ਬਤੀਤ ਕਰਕੇ ਇਸ ਸੰਸਾਰ ਦੇ ਵਿੱਚ ਚਲੇ ਜਾਂਦੇ ਹਾਂ। ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਕਰਕੇ ਸਾਨੂੰ ਹਮੇਸ਼ਾ ਸਤਸੰਗਤ ਕਰਨੀ ਚਾਹੀਦੀ ਹੈ। ਸਤਸੰਗਤ ਦੇ ਵਿੱਚ ਸਾਨੂੰ ਪ੍ਰੇਮ ਦੀ ਦਾਤ ਮਿਲਦੀ ਹੈ, ਤੇ ਪ੍ਰੇਮ ਜਦੋਂ ਸਾਡੇ ਅੰਦਰੋਂ ਵਾਹਿਗੁਰੂ ਬਖਸ਼ਿਸ਼ ਕਰ ਦਿੰਦੇ ਨੇ, ਫਿਰ ਅਸੀਂ ਸਿਮਰਨ ਕਰਦੇ ਹਾਂ। ਪ੍ਰੇਮ ਨਾਲ ਕੀਤੀ ਹੋਈ ਬੰਦਗੀ ਹੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਤਾਈਓ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹਿ ਹੋਏ ਤੇਰੀ। ਸਾਧ ਸੰਗਤ ਕੀਤੇ ਬਗੈਰ ਪ੍ਰੇਮ ਨਹੀਂ ਪੈਦਾ ਹੁੰਦਾ ਹੈ, ਤੇ ਪ੍ਰੇਮ ਤੋਂ ਬਗੈਰ ਕੀਤੀ ਹੋਈ ਭਗਤੀ ਜਿਹੜੀ ਹੈ ਉਹ ਜ਼ਿਆਦਾ ਸਫਲੀ ਨਹੀਂ ਹੁੰਦੀ ਹੈ। ਇਸ ਕਰਕੇ ਸਾਨੂੰ ਇਹ ਪੱਕਾ ਨਿਯਮ ਧਾਰਨ ਕਰਨਾ ਚਾਹੀਦਾ ਹੈ ਕਿ ਸਤ ਸੰਗਤ ਕਰਨੀ ਚਾਹੀਦੀ ਹੈ, ਔਰ ਸਤ ਸੰਗਤ ਵਿੱਚ ਆ ਕੇ ਧਿਆਨ ਨਾਲ ਬਾਣੀ ਸਰਵਣ ਕਰਨੀ ਚਾਹੀਦੀ ਹੈ, ਕੀਰਤਨ ਸਰਵਣ ਕਰਨਾ ਚਾਹੀਦਾ ਹੈ,
ਕਥਾ ਸਰਵਣ ਕਰਨੀ ਚਾਹੀਦੀ ਹੈ, ਤਾਂ ਕਿ ਸਾਨੂੰ ਕੁਝ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਾਹਿਬ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਬਚਨ ਉਚਾਰਨ ਕੀਤੇ ਹਨ। ਕਿਤੇ ਅਸੀਂ ਆਪਣਾ ਜੀਵਨ ਪਸ਼ੂਆਂ ਵਾਂਗ ਤੇ ਨਹੀਂ ਬਤੀਤ ਕਰ ਰਹੇ। ਤੋ ਇਹ ਸਾਰੀ ਜਿਹੜੀ ਸ਼ੁਰੂਆਤ ਹੈ ਨਾ, ਇਹ ਸਤ ਸੰਗਤ ਤੋਂ ਹੀ ਹੁੰਦੀ ਹੈ, ਸਾਧ ਸੰਗਤ ਤੋਂ ਹੀ ਹੁੰਦੀ ਹੈ। ਸਾਧ ਸੰਗਤ ਦੇ ਵਿੱਚ ਆ ਕੇ ਹੀ ਸਾਨੂੰ ਆਪਣੇ ਜੀਵਨ ਦੇ ਮਕਸਦ ਦਾ ਪਤਾ ਲੱਗਦਾ ਹੈ।